ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਅੱਜ ਆਪਾਂ ਗੱਲ ਕਰਾਂਗੇ ਉਸ ਬੀਬੀ ਬਾਰੇ ਜਿਸ ਦੇ ਹਿੱਸੇ ਚਮਕੌਰ ਵਿੱਚ ਸ਼ਹੀਦ ਹੋਏ ਵੱਡੇ ਸਾਹਿਬਜ਼ਾਦੇ ਅਤੇ ਸ਼ਹੀਦ ਸਿੰਘਾਂ ਦੇ ਸੰਸਕਾਰ ਕਰਨ ਦੀ ਸੇਵਾ ਆਈ। ਸੋ ਆਪ ਜੀ ਪਿਆਰ ਨਾਲ ਸਰਵਣ ਕਰੋ ਜੀ। ਬੇਬੇ ਜੀ ਸਾਹੋ ਸਾਹੀ ਹੋਈ ਘਰ ਅੰਦਰ ਵੜਦੀ ਬੀਬੀ ਨੇ ਕਿਹਾ, ਹੁਣੇ ਹੀ ਸਰਕਾਰੀ ਢੰਡੋਰ ਜੀ ਆਪਣੇ ਪਿੰਡ ਵਿੱਚ ਢਿੰਡੋਰਾ ਪਿੱਟ ਗਿਆ ਹੈ ਕਿ ਬਾਦਸ਼ਾਹ ਦੇ ਹੁਕਮ ਨਾਲ ਬਾਗੀ ਗੁਰੂ ਗੋਬਿੰਦ ਸਿੰਘ ਜੀ ਅਤੇ ਉਹਨਾਂ ਦੇ ਸਾਥੀ ਸਿੰਘਾਂ ਨੂੰ ਸਣੇ ਦੋਵੇਂ ਸਾਹਿਬਜ਼ਾਦਿਆਂ ਦੇ ਗੜੀ ਵਿੱਚੋਂ ਨਿਕਲਦੇ ਸਾਰ ਸਰਕਾਰੀ ਫੌਜ ਨੇ ਕਤਲ ਕਰ ਦਿੱਤਾ ਹੈ ਅਤੇ ਇਸ ਬਾਗੀ ਟੋਲੇ ਦਾ ਕੋਈ ਹੋਰ ਸਾਥੀ ਕਿਸੇ ਨੂੰ ਮਿਲੇ ਜਾਂ ਪਤਾ ਲੱਗੇ ਤਾਂ ਉਸ ਦੀ ਇਤਲਾਹ ਝੱਟ ਨੇੜੇ ਦੇ ਸਰਕਾਰੀ ਕਰਮਚਾਰੀ ਨੂੰ ਦਿੱਤੀ ਜਾਵੇ। ਗੜੀ ਦੀ ਰਣਭੂਮੀ ਵਿੱਚ ਕੋਈ ਵੀ ਮਨੁੱਖ ਜਾ ਕੇ ਕਿਸੇ ਲਾਸ਼ ਨੂੰ ਉਠਾਉਣ ਦਾ ਯਤਨ ਨਾ ਕਰੇ। ਜੋ ਐਸਾ ਕਰੇਗਾ ਉਸ ਨੂੰ ਸਰਕਾਰੀ ਮੁਲਜ਼ਮ ਸਮਝ ਕੇ ਗ੍ਰਿਫਤਾਰ ਕਰ ਦਿੱਤਾ ਜਾਵੇਗਾ। ਰਣਭੂਮੀ ਵਿੱਚ ਫੌਜ ਦਾ ਪਹਿਰਾ ਬਿਠਾ ਦਿੱਤਾ ਹੈ। ਬੇਬੇ ਜੀ, ਇਹ ਢੰਡੋਰਾ ਸੁਣ ਕੇ ਮੈਂ ਤਾਂ ਆਪਣੇ ਆਪ ਨੂੰ ਮਰੀ ਹੋਈ ਮਹਿਸੂਸ ਕਰਦੀ ਹਾਂ, ਜੋ ਆਪਣੇ ਸ਼ਹੀਦ ਹੋ ਗਏ ਵੀਰਾਂ ਦੇ ਮ੍ਰਿਤਕ ਸਰੀਰਾਂ ਦੀ ਵੀ ਸਾਰ ਨਹੀਂ ਲੈ ਸਕਦੀ। ਬੀਬੀ ਹਰਸ਼ਰਨ ਕੌਰ ਨੇ ਆਪਣੀ ਬੁੱਢੀ ਬੇਬੇ ਜੀ ਨੂੰ ਪਿੰਡ ਵਿੱਚ ਪਿੱਟਿਆ ਢੰਡੋਰਾ ਆ ਕੇ ਦੱਸਿਆ। ਬੁੱਢੀ ਬੇਬੇ ਜੀ ਨੇ ਇਹ ਸੁਣ ਕੇ ਹੌਂਕਾ ਲਿਆ ਅਤੇ ਵੱਡੇ ਦਰਦ ਭਰੇ ਲਹਿਜੇ ਵਿੱਚ ਬੋਲੀ, ਬੇਟੀ, ਅੱਜ ਜੇ ਤੇਰਾ ਪਿਤਾ ਮੇਰਾ ਸਿਰ ਦਾ ਸਾਈਂ ਜਿਉਂਦਾ ਹੁੰਦਾ ਤਾਂ ਉਹ ਵੀ ਚਮਕੌਰ ਸਾਹਿਬ ਗੜੀ ਦੇ ਯੁੱਧ ਵਿੱਚ ਸਤਿਗੁਰੂ ਜੀ ਤੇ ਸਿੰਘਾਂ ਨਾਲ ਮਿਲ ਕੇ ਜੂਝਦਾ ਅਤੇ ਸ਼ਹੀਦੀ ਪ੍ਰਾਪਤ ਕਰਦਾ। ਪਰ ਮੌਤ ਨਿਮਾਣੀ ਨੇ ਉਹਨਾਂ ਨੂੰ ਅੰਮ੍ਰਿਤ ਛਕਣ ਦੇ ਕੁਝ ਸਮੇਂ ਬਾਅਦ ਹੀ ਸਾਥੋਂ ਖੋਹ ਲਿਆ। ਮੈਂ ਬੁੱਢੀ ਹਾਂ, ਤੂੰ ਅਤੇ ਤੇਰੇ ਦੋਵੇਂ ਵੀਰ ਨਿਆਣੇ ਹਨ। ਹੇ ਅਕਾਲ ਪੁਰਖ ਜੀ, ਤੂੰ ਹੀ ਕੁਝ ਸੁਝਾ ਕੇ ਕੀ ਕੀਤਾ ਜਾਵੇ। ਆਪਣੀ ਬਿਰਧ ਬੇਬੇ ਜੀ ਦੇ ਮੂੰਹੋਂ ਇਹ ਸੁਣ ਕੇ ਬੀਬੀ ਹਰਸ਼ਰਨ ਕੌਰ ਜੀ ਤੜਫ ਉੱਠੀ ਅਤੇ ਬੋਲੀ, ਤੂੰ ਤਾਂ ਬਿਰਧ ਹੈ, ਮੇਰੇ ਇਹ ਵੀਰ ਬਹੁਤ ਨਿਆਣੇ ਹਨ, ਪਰ ਮੈਂ ਤਾਂ ਹੁਣ ਗੱਭਰੂ ਮੁਟਿਆਰ ਹਾਂ। ਮੇਰੀ ਉਮਰ ਦੇ ਹੀ ਮੇਰੇ ਵੀਰਾਂ ਸਤਿਗੁਰੂ ਜੀ ਦੇ ਸਾਹਿਬਜ਼ਾਦਿਆਂ ਨੇ ਜਾਬਰਾਂ ਜ਼ੁਲਮਾਂ ਨਾਲ ਲੋਹਾ ਲਿਆ ਹੈ ਅਤੇ ਦੋਵੇਂ ਵੀਰ ਅਦੁੱਤੀ ਬਹਾਦਰੀ ਵਿਖਾ ਕੇ ਸ਼ਹੀਦੀ ਪਾ ਗਏ ਹਨ। ਮੈਂ ਆਪਣੇ ਵੀਰਾਂ ਅਤੇ ਬਜ਼ੁਰਗਾਂ ਦਾ ਰਣਭੂਮੀ ਵਿੱਚ ਜਾ ਕੇ ਉਹਨਾਂ ਦੇ ਮ੍ਰਿਤਕ ਸਰੀਰਾਂ ਦਾ ਸੰਸਕਾਰ ਕਰਾਂਗੀ। ਮੈਂ ਉਹਨਾਂ ਦੀਆਂ ਲਾਸ਼ਾਂ ਨੂੰ ਇਸ ਤਰ੍ਹਾਂ ਕੁੱਤੇ ਕਾਵਾਂ ਇੱਲਾਂ ਆਦਿ ਨੂੰ ਖਾਣ ਲਈ ਮੈਦਾਨ ਵਿੱਚ ਛੱਡ ਦੇਣਾ ਬਰਦਾਸ਼ਤ ਨਹੀਂ ਕਰ ਸਕਦੀ। ਇਹ ਜਰਵਾਣੇ ਸਾਡੇ ਸਤਿਗੁਰੂ ਜੀ ਨੂੰ, ਜੋ ਸ਼ਾਂਤੀ ਦੇ ਆਲਮਬਰਦਾਰ ਹਨ ਅਤੇ ਹਿੰਦੂ ਮੁਸਲਮਾਨਾਂ ਨੂੰ ਆਪਸ ਵਿੱਚ ਭਾਈ ਬਣ ਕੇ ਰਹਿਣ ਦਾ ਉਪਦੇਸ਼ ਦਿੰਦੇ ਹੋਏ ਕਹਿੰਦੇ ਹਨ ਕਿ ਏਕ ਪਿਤਾ ਏਕ ਸਕੇ ਹਮ ਵਾਰਿਕ, ਮਾਨਸ ਕੀ ਜਾਤ ਸਭੈ ਏਕਹਿ ਪਹਿਚਾਨਬੋ, ਅਤੇ ਗਰੀਬਾਂ ਦੀਆਂ ਬਾਹਾਂ ਫੜ ਕੇ ਸਿੰਘ ਸਜਾ ਕੇ ਅਮੀਰਾਂ ਦੇ ਬਰਾਬਰ ਖੜੇ ਕਰ ਰਹੇ ਹਨ। ਉਹਨਾਂ ਨੂੰ ਇਸ ਝੱਲੀ ਹਕੂਮਤ ਨੇ ਕਰਮਚਾਰੀ ਬਾਗੀ ਦੱਸ ਰਹੇ ਹਨ ਅਤੇ ਆਪ ਹਿੰਦੂਆਂ ਉੱਤੇ ਜ਼ਬਰ ਜ਼ੁਲਮ ਢਾ ਰਹੇ ਹਨ। ਉਹਨਾਂ ਨੂੰ ਜ਼ਬਰਦਸਤੀ ਮੁਸਲਮਾਨ ਬਣਾ ਰਹੇ ਹਨ। ਮੰਦਰਾਂ ਨੂੰ ਢਾਹ ਕੇ ਮਸਜਿਦਾਂ ਉਸਾਰ ਰਹੇ ਹਨ। ਸਤਿਗੁਰੂ ਜੀ ਤਾਂ ਕਹਿੰਦੇ ਹਨ ਕਿ ਦੇਹੁਰਾ ਮਸੀਤ ਸੋਈ, ਪੂਜਾ ਔ ਨਿਮਾਜ਼ ਹੋਈ। ਪਰ ਹਕੂਮਤ ਦੇ ਸਰਕਾਰੀ ਕਰਮਚਾਰੀ ਬੇਸ਼ਰਮ ਹਨ। ਇਹਨਾਂ ਦਾ ਸਤਿਆਨਾਸ਼ ਕਿਉਂ ਨਹੀਂ ਹੋ ਜਾਂਦਾ। ਮੇਰੀ ਬੇਬੇ ਜੀ, ਤੁਸੀਂ ਮੈਨੂੰ ਆਗਿਆ ਦਿਓ ਅਤੇ ਅਸੀਸ ਦਿਓ, ਜੋ ਮੈਂ ਆਪਣੇ ਸ਼ਹੀਦ ਵੀਰਾਂ ਬਜ਼ੁਰਗਾਂ ਦੇ ਗੁਰਮਤ ਅਨੁਸਾਰ ਸੰਸਕਾਰ ਕਰਨ ਦਾ ਫਰਜ਼ ਨੇਪਰੇ ਚਾੜ ਸਕਾਂ। ਬਿਰਧ ਬੇਬੇ ਬੋਲੀ, ਬੇਟੀ, ਤੂੰ ਅਜੇ ਕੁਆਰੀ ਹੈ, ਰਾਤ ਹਨੇਰੀ ਹੈ, ਕੜਕਾਂ ਦੀ ਸਰਦੀ ਪੈ ਰਹੀ ਹੈ, ਫੌਜੀ ਪਹਿਰੇ ਜਗ੍ਹਾ ਜਗ੍ਹਾ ਲੱਗੇ ਹੋਏ ਹਨ। ਗੜੀ ਦਾ ਇਰਦਾ ਗਿਰਦਾ ਸ਼ਹੀਦਾਂ ਦੀਆਂ ਅਤੇ ਹਕੂਮਤ ਦੇ ਮਰੇ ਹੋਏ ਫੌਜੀਆਂ ਦੀਆਂ ਲਾਸ਼ਾਂ ਨਾਲ ਅਟਿਆ ਪਿਆ ਹੋਵੇਗਾ।
ਤੂੰ ਕਿਵੇਂ ਇੰਨੀਆਂ ਬੇਅੰਤ ਲਾਸ਼ਾਂ ਵਿੱਚੋਂ ਸਿੰਘ ਸ਼ਹੀਦਾਂ ਦੀਆਂ ਲੋਥਾਂ ਪਛਾਣ ਕੇ ਇਕੱਤਰ ਕਰਕੇ ਸੰਸਕਾਰ ਕਰੇਂਗੀ? ਬੀਬੀ ਹਰਸ਼ਰਨ ਕੌਰ ਜੀ ਬੋਲੀ, ਬੇਬੇ ਜੀ, ਮੈਂ ਹੱਥੀਂ ਕੜੇ, ਤੇਰ ਕਛਹਿਰੇ ਤੇ ਜਟਾ ਜੂਠ ਸਿੰਘਾਂ ਦੀਆਂ ਲਾਸ਼ਾਂ ਪਹਿਚਾਣ ਲਵਾਂਗੀ। ਮੇਰੀ ਪਹਿਲੀ ਕੋਸ਼ਿਸ਼ ਸਤਿਗੁਰੂ ਜੀ ਤੇ ਉਹਨਾਂ ਦੇ ਲਾਲਾਂ ਦੀਆਂ ਲਾਸ਼ਾਂ ਨੂੰ ਟੋਲਣ ਦੀ ਹੋਵੇਗੀ ਤੇ ਉਪਰੰਤ ਜਿੰਨੇ ਵੀ ਸਿੰਘਾਂ ਦੀਆਂ ਲਾਸ਼ਾਂ ਲੱਭ ਸਕੀਆਂ ਜਾਂ ਕੜਿਆਂ ਵਾਲੀਆਂ ਬਾਹਾਂ, ਕਛਹਿਰਿਆਂ ਵਾਲੇ ਧੜ ਤੇ ਜਟਾ ਜੂਠ ਦਾੜੀ ਵਾਲੇ ਸਿਰ ਮਿਲ ਸਕੇ ਇਕੱਤਰ ਕਰਕੇ ਇੱਕੋ ਅੰਗੀਠੇ ਵਿੱਚ ਸਭ ਦਾ ਸੰਸਕਾਰ ਕਰਾਂਗੀ। ਆਪ ਅਕਾਲ ਪੁਰਖ ਅੱਗੇ ਅਰਦਾਸ ਕਰੋ ਕਿ ਮੈਂ ਇਹ ਫਰਜ਼ ਨਿਭਾ ਸਕਾਂ। ਮੈਨੂੰ ਸਾਹਿਬਜ਼ਾਦਿਆਂ ਦੀ ਨੁਹਾਰ ਦਾ ਪਤਾ ਹੈ। ਅੰਮ੍ਰਿਤਪਾਨ ਕਰਨ ਵੇਲੇ ਮੈਂ ਉਹਨਾਂ ਨੂੰ ਚੰਗੀ ਤਰ੍ਹਾਂ ਵੇਖਿਆ ਸੀ। ਨਾਲੇ ਉਹ ਅਜੇ ਮੁੱਛ ਫੁੱਟਦੇ ਜਵਾਨ ਹੀ ਹਨ। ਬਿਰਧ ਬੇਬੇ, ਪਰ ਜੇ ਕਿਸੇ ਨੇ ਤੈਨੂੰ ਰਣ ਭੂਮੀ ਵੱਲ ਜਾਂਦੀ ਨੂੰ ਰਸਤੇ ਵਿੱਚ ਹੀ ਆ ਘੇਰਿਆ ਅਤੇ ਫੜ ਲਿਆ ਤਾਂ ਤੂੰ ਕੀ ਕਰੇਂਗੀ? ਬੀਬੀ ਹਰਸ਼ਰਨ ਕੌਰ ਬੋਲੀ, ਮੈਂ ਸਿੰਘ ਬੱਚੀ ਹਾਂ। ਉਸੇ ਸਮੇਂ ਕਿਰਪਾਨ ਧੂ ਕੇ ਉਸ ਨੂੰ ਮਾਰ ਮੁਕਾਵਾਂਗੀ ਜਾਂ ਆਪ ਜੂਝ ਮਰਾਂਗੀ। ਜੇ ਸਹੀ ਸਲਾਮਤ ਮੈਦਾਨੇ ਜੰਗ ਵਿੱਚ ਪੁੱਜ ਗਈ, ਜੋ ਹੁਣ ਸੁੰਨਸਾਨ ਪਿਆ ਹੈ, ਤਾਂ ਸ਼ਹੀਦ ਵੀਰਾਂ ਦੇ ਸੰਸਕਾਰ ਕਰਕੇ ਹੀ ਮੁੜਾਂਗੀ। ਅੱਗੇ ਜਿਵੇਂ ਸਤਿਗੁਰੂ ਜੀ ਨੂੰ ਭਾਵੇ ਉਹੀ ਹੋਣਾ ਹੈ। ਬਿਰਧ ਬੇਬੇ ਨੇ ਆਪਣੀ ਬੱਚੀ ਦਾ ਦ੍ਰਿੜ ਇਰਾਦਾ ਵੇਖ ਕੇ ਆਗਿਆ ਦਿੰਦੇ ਹੋਏ ਕੁਝ ਕੋਰਾ ਕੱਪੜਾ ਤੇ ਪਾਣੀ ਦਾ ਘੜਾ ਅਤੇ ਅੱਗ ਸੁਲਗਾਉਣ ਦੀ ਸਮੱਗਰੀ ਦੇ ਕੇ ਆਖਿਆ ਕਿ ਇਹ ਵਸਤਾਂ ਆਪਣੇ ਨਾਲ ਲੈ ਜਾ। ਲਾਸ਼ਾਂ ਦੇ ਇਸ਼ਨਾਨ ਕਰਾਣੇ ਤਾਂ ਅਜਿਹੇ ਬਿਖੜੇ ਸਮੇਂ ਔਖਾ ਹੈ, ਪਰ ਸ਼ਹੀਦ ਸਿੰਘਾਂ ਦੇ ਮੂੰਹ ਧੋ ਕੇ ਕੱਪੜੇ ਨਾਲ ਪੂੰਝ ਕੇ ਇਹ ਕੋਰਾ ਕੱਪੜਾ ਉੱਪਰ ਪਾ ਦੇਈਂ। ਮੈਂ ਤੇਰੀ ਉਡੀਕ ਰੱਖਾਂਗੀ। ਘਰੋਂ ਤੁਰਨ ਤੋਂ ਪਹਿਲਾਂ ਬੀਬੀ ਹਰਸ਼ਰਨ ਕੌਰ ਨੇ ਸਤਿਗੁਰੂ ਜੀ ਅੱਗੇ ਅਰਦਾਸ ਕੀਤੀ ਕਿ ਹੇ ਸਤਿਗੁਰੂ ਜੀ, ਮੈਂ ਤੇਰੀ ਬੱਚੀ ਹਾਂ। ਆਪ ਜੀ ਆਪਣਾ ਕਾਰਜ ਆਪ ਹੀ ਸਵਾਰਨ ਵਾਲੇ ਹੋ। ਮੈਨੂੰ ਬਲ ਬਖਸ਼ੋ ਜੋ ਇਹ ਸੇਵਾ ਤੋੜ ਨਿਭਾ ਸਕਾਂ। ਉਪਰੰਤ ਆਪਣੀ ਬੇਬੇ ਜੀ ਨਾਲ ਪਿਆਰ ਕਰਕੇ ਚੀਜ਼ਾਂ ਲੈ ਕੇ ਵੱਡੀ ਸਾਵਧਾਨੀ ਨਾਲ ਰਣ ਭੂਮੀ ਵਿੱਚ ਪੁੱਜ ਗਈ। ਪ੍ਰਭੂ ਸ਼ਕਤੀ ਨੇ ਬੀਬੀ ਜੀ ਨੂੰ ਸਹੀ ਰਾਹ ਵਿਖਾਇਆ ਅਤੇ ਉਹ ਐਨ ਠਿਕਾਣੇ ਸਿਰ ਸਿੰਘਾਂ ਦੀਆਂ ਲਾਸ਼ਾਂ ਪਾਸ ਪਹੁੰਚ ਗਈ ਅਤੇ ਲਾਸ਼ਾਂ ਪਛਾਣ ਕੇ ਇਕੱਤਰ ਕਰ ਲਈਆਂ। ਸ਼ਹੀਦ ਸਾਹਿਬਜ਼ਾਦਿਆਂ ਦੀਆਂ ਲਾਸ਼ਾਂ ਨੂੰ ਲੱਭ ਕੇ ਬੀਬੀ ਜੀ ਵੈਰਾਗ ਵਿੱਚ ਚਲੀ ਗਈ, ਪਰ ਛੇਤੀ ਹੀ ਸੁਰਤ ਸੰਭਲ ਗਈ। ਲੋਥਾਂ ਦੇ ਮੂੰਹ ਸਾਫ਼ ਕਰਕੇ, ਧੋ ਕੇ, ਲੱਕੜੀਆਂ ਲੱਭ ਕੇ, ਇਕੱਤਰ ਕਰਕੇ ਚਿਤਾ ਬਣਾਈ ਅਤੇ ਇਸ ਪੁਰ ਲਾਸ਼ਾਂ, ਬਾਹਾਂ, ਧੜ, ਸਿਰ ਆਦਿ ਧਰ ਦਿੱਤੀਆਂ ਅਤੇ ਵਾਹਿਗੁਰੂ ਦਾ ਧੰਨਵਾਦ ਕਰਦੇ ਹੋਏ ਸੋਹਿਲਾ ਪੜ੍ਹ ਕੇ ਅੰਗੀਠੇ ਨੂੰ ਲਾਂਬੂ ਲਾ ਦਿੱਤਾ ਅਤੇ ਆਪ ਪਾਸ ਹੀ ਗੁਰਬਾਣੀ ਦਾ ਪਾਠ ਕਰਨ ਬੈਠ ਗਈ। ਫੌਜੀ ਪਹਿਰੇਦਾਰ ਅੱਗ ਦੀਆਂ ਲਾਟਾਂ ਦੇਖ ਕੇ ਤਰਬਕ ਕੇ ਅੱਬੜ ਵਾਹੀ ਉੱਠੇ ਅਤੇ ਹੈਰਾਨ ਸਨ ਕਿ ਇੰਨੇ ਸਖਤ ਪਹਿਰੇ ਦੇ ਹੁੰਦੇ ਰਣ ਭੂਮੀ ਵਿੱਚ ਕੌਣ ਆ ਘੁੱਸਿਆ ਹੈ। ਕਈ ਪਹਿਰੇਦਾਰ ਇਕੱਠੇ ਹੋ ਕੇ ਡਰਦੇ ਡਰਦੇ ਚਿਤਾ ਵੱਲ ਤੁਰ ਪਏ। ਬੋਲਣ ਦਾ ਕਿਸੇ ਨੂੰ ਹੀਆ ਨਾ ਪਵੇ। ਜਦ ਅੰਗੀਠੇ ਦੇ ਨੇੜੇ ਆਏ ਤਾਂ ਕੀ ਵੇਖਦੇ ਹਨ ਕਿ ਇੱਕ ਬੀਬੀ ਚਿਤਾ ਪਾਸ ਬੈਠੀ ਕੁਝ ਪੜ੍ਹ ਰਹੀ ਹੈ। ਜਦੋਂ ਉਹ ਨੇੜੇ ਢੁੱਕੇ ਤਾਂ ਬੀਬੀ ਹਰਸ਼ਰਨ ਕੌਰ ਕਿਰਪਾਨ ਧੋ ਕੇ ਖੜੀ ਹੋ ਗਈ ਅਤੇ ਲਲਕਾਰ ਕੇ ਪੁੱਛਿਆ, ਤੁਸੀਂ ਇੰਨੇ ਜਣੇ ਇੱਥੇ ਮੇਰੇ ਵੱਲ ਕਿਉਂ ਆ ਰਹੇ ਹੋ? ਬੀਬੀ ਦੀ ਲਲਕਾਰ ਸੁਣ ਕੇ ਪਹਿਰੇਦਾਰਾਂ ਵਿੱਚੋਂ ਇੱਕ ਨੇ ਸਵਾਲ ਕੀਤਾ, ਤੂੰ ਕੌਣ ਹੈ? ਬੀਬੀ ਹਰਸ਼ਰਨ ਕੌਰ ਨੇ ਕਿਹਾ, ਮੈਂ ਸਤਿਗੁਰੂ ਗੋਬਿੰਦ ਸਿੰਘ ਜੀ ਦੀ ਬੇਟੀ ਹਾਂ ਅਤੇ ਇਹਨਾਂ ਸ਼ਹੀਦ ਵੀਰਾਂ ਦੀ ਭੈਣ। ਪਹਿਰੇਦਾਰ ਨੇ ਕਿਹਾ, ਤੂੰ ਇੱਥੇ ਕਿਉਂ ਆਈ ਹੈ? ਬੀਬੀ ਜੀ ਬੋਲੀ, ਕੀ ਤੁਸੀਂ ਦੇਖ ਨਹੀਂ ਰਹੇ ਕਿ ਮੈਂ ਆਪਣੇ ਸ਼ਹੀਦ ਵੀਰਾਂ ਦਾ ਯਥਾਸ਼ਕਤ ਸੰਸਕਾਰ ਕਰਨ ਰਹੀ ਹੋਈ ਹਾਂ? ਪਹਿਰੇਦਾਰ ਬੋਲੇ, ਕੀ ਤੁਹਾਡੇ ਪਿੰਡ ਸਰਕਾਰੀ ਹੁਕਮ ਨਹੀਂ ਪੁੱਜਿਆ ਕਿ ਕੋਈ ਸ਼ਖਸ ਰਣ ਵਿੱਚ ਹੋਏ ਸ਼ਹੀਦਾਂ ਦਾ ਸੰਸਕਾਰ ਨਹੀਂ ਕਰ ਸਕਦਾ? ਤੇਰਾ ਇਸ ਤਰ੍ਹਾਂ ਕਰਨਾ ਸਰਕਾਰ ਦੇ ਹੁਕਮ ਦੀ ਉਲੰਘਣਾ ਹੈ। ਬੀਬੀ ਜੀ ਬੋਲੇ, ਮੈਂ ਇਹ ਸਰਕਾਰੀ ਹੁਕਮ ਆਪਣੇ ਪਿੰਡ ਵਿੱਚ ਸੁਣਿਆ ਸੀ
ਅਤੇ ਇਸ ਹੁਕਮ ਨੂੰ ਮੈਂ ਸਰਕਾਰ ਦੀ ਹਿੱਕ ਦਾ ਧੱਕਾ ਸਮਝਦੀ ਹਾਂ। ਮੈਨੂੰ ਆਪਣੇ ਸ਼ਹੀਦ ਹੋ ਗਏ ਵੀਰਾਂ ਦਾ ਸੰਸਕਾਰ ਕਰਨੋਂ ਕੋਈ ਕਾਨੂੰਨ ਨਹੀਂ ਰੋਕ ਸਕਦਾ। ਪਹਿਰੇਦਾਰ, ਤੂੰ ਸਰਕਾਰੀ ਐਲਾਨ ਦੀ ਤੋਹੀਨ ਕੀਤੀ ਹੈ। ਬੀਬੀ ਜੀ ਬੋਲੇ, ਤੁਹਾਡੀ ਸਰਕਾਰ ਝੂਠੀ ਹੈ ਜੋ ਜਨਤਾ ਦੇ ਮ੍ਰਿਤਕ ਸੰਬੰਧੀਆਂ ਦੇ ਸੰਸਕਾਰ ਕਰਨ ਉੱਤੇ ਪਾਬੰਦੀ ਲਗਾਉਂਦੀ ਹੈ ਅਤੇ ਹੈਂਕੜ ਵਿੱਚ ਆ ਕੇ ਬੇਹੂਦਾ ਐਲਾਨ ਕਰਦੀ ਹੈ ਕਿ ਲੋਥਾਂ ਦੇ ਤਰਕਣ ਨਾਲ ਜਨਤਾ ਦੀ ਸਿਹਤ ਵਿਗੜਨ ਦਾ ਹਕੂਮਤ ਨੂੰ ਜ਼ਰਾ ਵੀ ਭੈ ਨਹੀਂ ਕਿ ਇਸ ਤਰ੍ਹਾਂ ਦੇ ਹੁਕਮ ਨਾਲ ਜਨਤਾ ਦੀ ਤੋਹੀਨ ਨਹੀਂ ਸਮਝੀ ਜਾਂਦੀ। ਮੇਰੀ ਸਰਕਾਰ ਤਾਂ ਸੱਚੇ ਪਾਤਸ਼ਾਹ ਸਤਿਗੁਰੂ ਜੀ ਹਨ, ਜਿਨ੍ਹਾਂ ਦਾ ਹੁਕਮ ਹੈ ਕਿ ਸ਼ਹੀਦਾਂ ਦਾ ਸੰਸਕਾਰ ਕੀਤਾ ਜਾਵੇ। ਸਤਿਗੁਰੂ ਜੀ ਦੇ ਹੁਕਮ ਦੇ ਅੱਗੇ ਹਾਕਮਾਂ ਦੇ ਹੁਕਮ ਦੀ ਮੈਨੂੰ ਪਰਵਾਹ ਨਹੀਂ। ਪਹਿਰੇਦਾਰ ਬੋਲਿਆ, ਇਸ ਤਰ੍ਹਾਂ ਦੀ ਹੁਕਮ ਅਦੂਲੀ ਦੇ ਨਤੀਜੇ ਦਾ ਤੈਨੂੰ ਪਤਾ ਹੈ? ਬੀਬੀ ਜੀ, ਹਾਂ ਪਤਾ ਹੈ। ਜੋ ਤਿੱਗੋਂ ਜ਼ੋਰੀ ਤੁਸੀਂ ਮੈਨੂੰ ਵੀ ਮਾਰ ਮੁਕਾਉਣਾ ਚਾਹੋਗੇ, ਪਰ ਮੈਂ ਮੌਤ ਤੋਂ ਨਹੀਂ ਡਰਦੀ। ਜੇ ਕਿਸੇ ਤਰ੍ਹਾਂ ਦਾ ਡਰ ਹੁੰਦਾ ਤਾਂ ਮੈਂ ਇਸ ਰਾਂ ਤੱਤੇ ਵਿੱਚ ਆਉਂਦੀ ਹੀ ਕਿਉਂ? ਮੈਂ ਆਪਣਾ ਫਰਜ਼ ਨਿਭਾਇਆ ਹੈ। ਤੁਹਾਨੂੰ ਸਤਿਗੁਰੂ ਇਸ ਸੱਚਾਈ ਨੂੰ ਸਮਝਣ ਦੀ ਸਮੱਤ ਬਖਸ਼ੇ। ਪਹਿਰੇਦਾਰ ਉਸ ਨਿਰਭੈ, ਨਿਡਰ ਤੇ ਦਲੇਰ ਬੀਬੀ ਜੀ ਦੇ ਜਵਾਬ ਸੁਣ ਕੇ ਹੈਰਾਨ ਹੋ ਗਏ ਅਤੇ ਇੱਕੋ ਵਾਰੀ ਸਾਰਿਆਂ ਨੇ ਬੀਬੀ ਜੀ ਉੱਤੇ ਹਮਲਾ ਕਰ ਦਿੱਤਾ। ਬੀਬੀ ਜੀ ਹਰ ਔਕੜ ਦਾ ਮੁਕਾਬਲਾ ਕਰਨ ਲਈ ਤਿਆਰ ਬਰ ਤਿਆਰ ਸਨ। ਪਹਿਲਾਂ ਵਾਰ ਰੋਕਦੇ ਰਹੇ, ਫਿਰ ਆਪਣੀ ਕਿਰਪਾਨ ਐਸੀ ਵਾਹੀ ਕਿ ਕਈ ਪਹਿਰੇਦਾਰਾਂ ਨੂੰ ਝਟਕਾ ਸੁੱਟਿਆ। ਕੱਟਾ ਵੱਢੀ ਦਾ ਰੌਲਾ ਸੁਣ ਕੇ ਹੋਰ ਕਈ ਫੌਜੀ ਆ ਗਏ। ਇਸ ਸਖਤ ਮੁਕਾਬਲੇ ਵਿੱਚ ਬੀਬੀ ਜੀ ਸਖਤ ਜ਼ਖਮੀ ਤੇ ਨਿਢਾਲ ਹੋ ਕੇ ਡਿੱਗ ਪਈ। ਦੁਸ਼ਮਣਾਂ ਨੇ ਖਿੱਚ ਕੇ ਗਿਰੀ ਹੋਈ ਜ਼ਖਮੀ ਬੀਬੀ ਨੂੰ ਚੁੱਕ ਕੇ ਅੰਗੀਠੇ ਵਿੱਚ ਹੀ ਸੁੱਟ ਦਿੱਤਾ ਅਤੇ ਬੀਬੀ ਜੀ ਵੀ ਸ਼ਹੀਦਾਂ ਵਿੱਚ ਜਾ ਰਲੀ। ਦੂਜੇ ਦਿਨ ਫੁਲਕਿਆਂ ਦੇ ਸਰਦਾਰ ਤ੍ਰਿਲੋਕ ਸਿੰਘ, ਰਾਮ ਸਿੰਘ, ਜੋ ਮਾਮਲਾ ਤਾਰਨ ਆਏ ਸਨ, ਮੈਦਾਨੇ ਜੰਗ ਵਿੱਚ ਪੁੱਜੇ ਅਤੇ ਅੰਗੀਠੇ ਤੇ ਬੀਬੀ ਜੀ ਦੇ ਅੱਧ ਜਲੇ ਸਰੀਰ ਨੂੰ ਵੇਖ ਕੇ ਦੰਗ ਰਹਿ ਗਏ ਕਿ ਸਾਥੋਂ ਵੀ ਪਹਿਲਾਂ ਇਹ ਬੀਬੀ ਜੀ ਆ ਕੇ ਸ਼ਹੀਦਾਂ ਦਾ ਸੰਸਕਾਰ ਕਰ ਗਈ ਅਤੇ ਆਪ ਵੀ ਪਹਿਰੇਦਾਰਾਂ ਦੇ ਹੱਥੋਂ ਸ਼ਹੀਦ ਹੋ ਗਈ। ਉਹਨਾਂ ਦੋਹਾਂ ਸਰਦਾਰਾਂ ਨੂੰ ਸੋਝ ਫੁਰੀ ਕਿ ਇਹ ਬੀਬੀ ਇਸ ਗੜੀ ਦੇ ਕਿਸੇ ਲਾਗਲੇ ਪਿੰਡ ਦੀ ਹੀ ਹੈ। ਇਸ ਲਈ ਬੀਬੀ ਜੀ ਦੇ ਪਦ ਚਿੰਨ੍ਹਾਂ ਨੂੰ ਭਾਲਦੇ ਪਿੰਡ ਘਰੁੰਡ, ਜਿਸ ਨੂੰ ਅੱਜ ਕੱਲ੍ਹ ਰਾਏਪੁਰ ਆਖਦੇ ਹਨ ਅਤੇ ਗੜੀ ਤੋਂ 1.5 ਕੁ ਮੀਲ ਦੀ ਦੂਰੀ ਤੇ ਹੈ, ਜਾ ਨਿਕਲੇ ਅਤੇ ਪੁੱਛਦੇ ਪਛਾਉਂਦੇ ਬਿਰਧ ਬੇਬੇ ਜੀ ਨੂੰ ਜਾ ਮਿਲੇ ਅਤੇ ਬੀਬੀ ਜੀ ਦੇ ਸ਼ਹੀਦਾਂ ਦੇ ਸੰਸਕਾਰ ਕਰਨ ਅਤੇ ਆਪ ਵੀ ਸ਼ਹੀਦ ਹੋ ਜਾਣ ਦੀ ਵਾਰਤਾ ਬੀਬੀ ਜੀ ਨੂੰ ਸੁਣਾਈ। ਬੇਬੇ ਜੀ ਨੇ ਆਪਣੀ ਬੱਚੀ ਹਰਸ਼ਰਨ ਕੌਰ ਜੀ ਦੀ ਮਹਾਨ ਦਲੇਰੀ ਨੂੰ ਸੁਣ ਕੇ ਵਾਹਿਗੁਰੂ ਦਾ ਧੰਨਵਾਦ ਕੀਤਾ ਕਿ ਉਸ ਦੀ ਪੁੱਤਰੀ ਦੀ ਸੇਵਾ ਪ੍ਰਵਾਨ ਕਰਕੇ ਸ਼ਹੀਦੀ ਬਖਸ਼ ਕੇ ਉਸ ਦੀ ਕੁੱਖ ਨੂੰ ਸਫਲ ਕੀਤਾ ਹੈ। ਜਦੋਂ ਇਹਨਾਂ ਸਰਦਾਰਾਂ ਨੇ ਬੀਬੀ ਹਰਸ਼ਰਨ ਕੌਰ ਦੇ ਇਸ ਅਦੁੱਤੀ ਕਾਰਨਾਮੇ ਦਾ ਸਮਾਚਾਰ ਸ੍ਰੀ ਦਮਦਮਾ ਸਾਹਿਬ ਗੁਰੂ ਕੀ ਕਾਸ਼ੀ ਜਾ ਕੇ ਸ੍ਰੀ ਕਲਗੀਧਰ ਜੀ ਨੂੰ ਸੁਣਾਇਆ ਤਾਂ ਆਪ ਬਹੁਤ ਗਦ-ਗਦ ਹੋਏ ਅਤੇ ਫਰਮਾਇਆ ਕਿ ਇਸ ਸਪੁੱਤਰੀ ਨੇ ਸਿੱਖੀ ਦੀਆਂ ਜੜ੍ਹਾਂ ਪਤਾਲ ਵਿੱਚ ਜਾ ਗੱਡੀਆਂ ਹਨ। ਧੰਨ ਬੀਬੀ ਹਰਸ਼ਰਨ ਕੌਰ, ਧੰਨ ਸਿੱਖੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।